वाहिगुरु जी का खालसा वाहिगुरु जी की फतेह। तेरा किया मीठा लागै हर नाम पदार्थ नानक मांगै। ज्यों ज्यों तेरा हुक्म तिवै त्यों होवना, जह जह रखें आप तह जाए खड़ोवना। उलाहनो मैं काहू ना दियो, मन मीठ तुहारो कियो। ਇਹ ਗੁਰਬਾਣੀ ਦੇ ਕੁਝ ਇੱਕ ਪ੍ਰਮਾਣ ਹਨ ਜਿਨ੍ਹਾਂ ਦੇ ਜਰੀਏ ਹਰ ਇੱਕ ਸਿੱਖ ਜਾਂ ਹਰ ਇੱਕ ਸਿੱਖ ਪ੍ਰਚਾਰਕ ਇਹ ਗੱਲ ਨੂੰ ਸਮਝਦਾ ਜਾਂ ਸਮਝਾਉਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਰਜ਼ਾ, ਹੁਕਮ ਅਤੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਕੀਤਾ ਹੈ ਤੇ ਗੁਰੂ ਕਾ ਸਿੱਖ ਚਾਹੁੰਦਾ ਵੀ ਇਹ ਹੈ ਕਿ ਮੈਂ ਰਜ਼ਾ, ਹੁਕਮ ਤੇ ਭਾਣੇ ਵਿੱਚ ਚੱਲ ਸਕਾਂ। ਪਰ ਇਸ ਦੇ ਨਾਲ ਹੀ ਕੁਝ ਹੋਰ ਫਰਮਾਨ ਵੀ ਹਨ ਗੁਰੂ ਸਾਹਿਬ ਜੀ ਦੇ, ਜਿਸ ਤਰ੍ਹਾਂ ਕਿ ਕਬੀਰ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ, ਅਹਿਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਜਾਂ ਦੱਖਣੇ ਬਾਣੀ 'ਚ ਗੁਰੂ ਅਰਜਨ ਸਾਹਿਬ ਜੀ ਦਾ ਫਰਮਾਨ ਹੁੰਦਾ ਹੈ, ਗੁਰੂ ਸਾਹਿਬ ਫਰਮਾਉਂਦੇ ਹਨ, ਅਗਾਹਾਂ ਕੁ ਤਰਾਂਗ ਪਿਛਾਂ ਫੇਰਨਾ ਮੁੜਹੜਾ। ਅੱਗੇ ਵਧਣ ਦੀ ਗੱਲ ਕੀਤੀ ਹੋਈ ਹੈ। ਜਦੋਂ ਭਾਣੇ ਤੇ ਰਜ਼ਾ ਦੀ ਗੱਲ ਆਵੇਗੀ ਉਦੋਂ ਸਾਡੇ ਅੰਦਰ ਇੱਕ ਬਹੁਤ ਵੱਡਾ ਭੁਲੇਖਾ ਪੈ ਜਾਂਦਾ ਹੈ। ਉਹ ਭੁਲੇਖਾ ਕਿਸ ਤਰ੍ਹਾਂ ਹੈ? ਉਹ ਭੁਲੇਖਾ ਇਹ ਹੈ ਕਿ ਰਜ਼ਾ ਤੇ ਭਾਣੇ ਨੂੰ ਅਸੀਂ ਇਹ ਸਮਝਦੇ ਹਾਂ ਕਿ ਜੋ ਵੀ ਕੁਝ ਹੋਇਆ ਹੈ ਜਾਂ ਹੋ ਰਿਹਾ ਹੈ ਉਹਨੂੰ ਐਜ਼ ਇਟ ਇਜ਼ ਮੰਨ ਲਓ, ਬਸ ਇਹ ਭਾਣਾ ਹੈ। ਪਰ ਗੁਰੂ ਸਾਹਿਬ ਜੀ ਨੇ ਇੱਥੇ ਇਹ ਗੱਲ ਰੋਕੀ ਨਹੀਂ ਹੈ। ਗੁਰੂ ਸਾਹਿਬ ਜੀ ਨੇ ਇਸ ਗੱਲ ਨੂੰ ਇੱਥੇ ਬੰਦ ਨਹੀਂ ਕੀਤਾ ਹੈ। ਸਾਨੂੰ ਗੁਰਬਾਣੀ ਤੇ ਇਤਿਹਾਸ ਦੀ ਰੋਸ਼ਨੀ 'ਚ ਇਹ ਗੱਲ ਨੂੰ ਸਮਝਣਾ ਪਏਗਾ। ਜਿਵੇਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਅਸੀਂ ਭਾਣੇ ਨਾਲ ਜੋੜਦੇ ਹਾਂ ਕਿ ਮਹਾਰਾਜ ਨੇ ਭਾਣਾ ਮੰਨਿਆ, ਤਤੀ ਤਵੀ ਤੇ ਬੈਠ ਕੇ ਵੀ ਕਿਹਾ ਤੇਰਾ ਕੀਆ ਮਿੱਠਾ ਲੱਗਿਆ। ਹੁਣ ਗੁਰੂ ਅਰਜਨ ਦੇਵ ਜੀ ਜੇ ਭਾਣਾ ਮੰਨਦੇ, ਭਾਣੇ ਦਾ ਅਰਥ ਅਸੀਂ ਇਸ ਰੂਪ ਦੇ ਵਿੱਚ ਲੈਂਦੇ ਹਾਂ ਕਿ ਜੋ ਕੁਝ ਹੋ ਰਿਹਾ ਠੀਕ ਹੈ। ਪਰ ਜਦੋਂ ਲਾਹੌਰ ਦੇ ਵਿੱਚ ਮਹਾਮਾਰੀ ਫੈਲੀ, ਗੁਰੂ ਅਰਜਨ ਦੇਵ ਜੀ ਕਹਿੰਦੇ ਠੀਕ ਹੈ, ਜੋ ਕੁਝ ਹੋ ਰਿਹਾ ਰੱਬ ਦੇ ਹੁਕਮ 'ਚ ਹੈ, ਬਿਮਾਰੀ ਫੈਲ ਗਈ, ਮੌਤਾਂ ਹੋ ਰਹੀਆਂ। ਪਰ ਗੁਰੂ ਸਾਹਿਬ ਨੇ ਇੱਦਾਂ ਨਹੀਂ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਗਏ, ਸੰਗਤਾਂ ਦੀ ਦਸਵੰਧ ਦੀ ਮਾਇਆ ਖਰਚੀ, ਆਪ ਮਿਹਨਤ ਕੀਤੀ ਤੇ ਕਿੰਨੀ ਮਨੁੱਖਤਾ ਦੀ ਮਦਦ ਕੀਤੀ। ਸੋ ਕੁਝ ਇੱਕ ਗੱਲਾਂ ਨੇ ਜਦੋਂ ਇਤਿਹਾਸ ਦੇ ਵਿੱਚ ਨਜ਼ਰ ਮਾਰਾਂਗੇ ਤਾਂ ਭਾਣੇ ਦਾ ਅਰਥ ਕੇਵਲ ਜੋ ਕੁਝ ਹੋ ਰਿਹਾ ਉਹਨੂੰ ਹੋਣ ਨਾਲ ਸੰਬੰਧਿਤ ਨਹੀਂ ਮੰਨਿਆ ਜਾਏਗਾ। ਜਿਵੇਂ ਇੱਕ ਸਾਰਪੁਤਾਵਾਲੀ ਦੇ ਵਿੱਚ ਵੀ ਸ਼ਾਇਦ ਆਉਂਦਾ ਇਹ ਕਿ ਦੁੱਖ ਸੁੱਖ ਕੇ ਸਮੇਂ ਕੋ ਕਾਟ ਲੇਤ ਹੈ ਦੋਏ, ਗਿਆਨੀ ਕਾਟੇ ਹੱਸ ਕੇ ਅਗਿਆਨੀ ਕਾਟੇ ਰੋਏ। ਵੀ ਚਾਹੇ ਦੁੱਖ ਦਾ ਸਮਾਂ ਆ ਜਾਏ ਸਾਰੇ ਕੱਟਦੇ ਆ, ਜੇ ਅਗਿਆਨੀ ਬੰਦਾ ਰੋ ਕੇ ਕੱਟ ਲਏਗਾ, ਗਿਆਨੀ ਬੰਦਾ ਉਹ ਕਹੇਗਾ ਚੱਲ ਉਹਦਾ ਹੁਕਮ ਸੀ ਕੱਟ ਲੈਣਾ। ਕਿ ਇੱਥੇ ਹੀ ਗੱਲ ਖਤਮ ਹੋ ਗਈ? ਨਹੀਂ ਗੁਰਮੁਖ ਪਿਆਰਿਓ, ਸਾਨੂੰ ਗੁਰਬਾਣੀ ਦੇ ਨਾਲ ਨਾਲ ਜਦੋਂ ਇਤਿਹਾਸ ਦੀ ਸੋਝੀ ਹੁੰਦੀ ਹੈ, ਇਤਿਹਾਸ ਦੇ ਵਿਚਾਰ ਅਸੀਂ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਭਾਣੇ ਤੇ ਰਜ਼ਾ ਨੂੰ ਇੱਕ ਰੱਬੀ ਹੁਕਮ ਜ਼ਰੂਰ ਕਿਹਾ, ਪਰ ਇਹਦੇ ਨਾਲ ਨਾਲ ਇੱਕ ਗੱਲ ਇਹ ਦੱਸੀ ਕਿ ਇਸ ਭਾਣੇ ਤੇ ਰਜ਼ਾ ਦੇ ਵਿੱਚੋਂ ਤੁਹਾਨੂੰ ਇੱਕ ਆਦਰਸ਼ ਪੈਦਾ ਕਰਨਾ ਪਏਗਾ। ਤੁਹਾਨੂੰ ਇਸ ਭਾਣੇ ਅਤੇ ਰਜ਼ਾ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਸੰਸਾਰ ਲਈ ਕੁਝ ਪੂਰਨੇ ਪਾਉਣੇ ਪੈਣਗੇ। ਤੁਹਾਨੂੰ ਕਿ ਇਤਿਹਾਸ ਰਚਨਾ ਪਏਗਾ ਇਸ ਦੇ ਨਾਲ, ਤਾਂ ਮੰਨਿਆ ਜਾ ਸਕਦਾ ਕਿ ਭਾਣਾ ਮੰਨਿਆ ਗਿਆ। ਹੁਣ ਭਾਣੇ ਦੀ ਪਹਿਲੀ ਗੱਲ ਤੁਸੀਂ ਦੇਖੋ, ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਸ਼ਹਾਦਤ ਦੇ ਦਿੰਦੇ ਨੇ, ਪਰ ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਜੀ ਇਹ ਪ੍ਰਬੰਧ ਕਰ ਦਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੰਦੇ ਹਨ, ਉਪਦੇਸ਼ ਕਰਦੇ ਹਨ, ਹੁਕਮ ਕਰਦੇ ਹਨ ਕਿ ਆਉਣ ਵਾਲੇ ਸਮੇਂ 'ਚ ਕਿਵੇਂ ਸ਼ਸਤਰਾਂ ਦੇ ਨਾਲ ਤੁਹਾਨੂੰ ਇਹ ਆਪਣੇ ਆਪ ਦੀ ਗੁਰੂ ਨਾਨਕ ਦੇ ਸਿਧਾਂਤ ਦੀ ਰਾਖੀ ਕਰਨੀ ਪੈਣੀ ਆ। ਮਤਲਬ ਗੁਰੂ ਅਰਜਨ ਦੇਵ ਜੀ ਸ਼ਹਾਦਤ ਇੱਕ ਟਰਨਿੰਗ ਪੁਆਇੰਟ ਆ ਜਿੱਥੋਂ ਸਾਰਾ ਸਿੱਖ ਇਤਿਹਾਸ ਇੱਕ ਨਵਾਂ ਮੋੜ ਲੈਂਦਾ ਤੇ ਸਿੱਖਾਂ ਦੇ ਵਿੱਚ ਮੀਰੀ ਤੇ ਪੀਰੀ ਪ੍ਰਤੱਖ ਰੂਪ 'ਚ ਪ੍ਰਗਟ ਹੁੰਦੀਆਂ ਨੇ। ਜੰਗਾਂ ਤੇ ਯੁੱਧਾਂ ਲਈ ਯੋਧਿਆਂ ਤੇ ਸੂਰਮਿਆਂ ਦੀ ਲੋੜ ਪੈਂਦੀ ਹੈ। 9ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ। ਜੇ ਕੇਵਲ ਸਾਡੇ ਭਾਣਾ ਕਹਿਣ ਵਾਲੀ ਗੱਲ ਤੱਕ ਸੀਮਿਤ ਹੋ ਜਾਂਦਾ, 10ਵੇਂ ਪਾਤਸ਼ਾਹ ਕਹਿੰਦੇ ਚਲੋ ਭਾਣਾ ਸੀ, ਸ਼ਹੀਦੀ ਹੋ ਗਈ। ਜਾਂ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਜਦੋਂ ਕਸ਼ਮੀਰੀ ਲੋਕ, ਪੰਡਿਤ ਲੋਕ ਆਏ ਕਿ ਸਾਡੇ ਲਈ ਕੁਝ ਮਦਦ ਕਰੋ, ਗੁਰੂ ਸਾਹਿਬ ਕਹਿੰਦੇ ਭਾਣਾ ਬਈ ਇਹ ਤਾਂ ਰੱਬ ਦਾ ਹੁਕਮ ਹੈ। ਇੱਦਾਂ ਨਹੀਂ ਕਿਹਾ, ਗੁਰੂ ਸਾਹਿਬ ਆਪ ਚੱਲੇ, ਗੱਲਬਾਤ ਕੀਤੀ, ਨਹੀਂ ਸਿਰੇ ਚੜੀ, ਸ਼ਹਾਦਤਾਂ ਵੀ ਦਿੱਤੀਆਂ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਸ ਸ਼ਹਾਦਤ ਦੇ ਵਿੱਚੋਂ ਇੱਕ ਆਦਰਸ਼ ਪੈਦਾ ਕੀਤਾ, ਕੌਮ ਦਾ ਇੱਕ ਸਰੂਪ ਪ੍ਰਗਟ ਕੀਤਾ, ਇੱਕ ਪ੍ਰਤੱਖ ਮਰਿਆਦਾ ਪ੍ਰਗਟ ਕੀਤੀ ਤੇ ਗੁਰੂ ਦਸਮ ਪਿਤਾ ਜੀ ਨੇ ਆਪਣਾ ਸਰਬੰਸ ਵੀ ਕੁਰਬਾਨ ਕੀਤਾ ਉਸ ਮਕਸਦ ਤੇ ਚੱਲਦੇ ਹੋਏ ਭਾਣੇ ਤੇ ਰਜ਼ਾ ਨੂੰ ਇੱਕ ਇਨਕਲਾਬ ਦੇ ਰੂਪ ਵਿੱਚ ਲਿਆ। ਉਹ ਤੋਂ ਇੱਕ ਇਤਿਹਾਸਕ ਤੌਰ ਤੇ ਦੁਨੀਆ ਦੇ ਅੱਗੇ ਮਿਸਾਲ ਪੈਦਾ ਕੀਤੀ। ਮਹਾਰਾਜ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ, ਉਹਨੂੰ ਕੇਵਲ ਭਾਣੇ ਤੱਕ ਸੀਮਿਤ ਨਹੀਂ ਰੱਖਿਆ, ਉਹ ਸ਼ਹੀਦੀ ਦੇ ਵਿੱਚੋਂ ਇੱਕ ਆਦਰਸ਼ ਪੈਦਾ ਕੀਤਾ, ਜਿਸ ਆਦਰਸ਼ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਵਰਗੀਆਂ ਸ਼ਖਸੀਅਤਾਂ ਪੈਦਾ ਹੋਈਆਂ।
ਤੇ जिन्हां ने समय की हुकूमत दीयां जड़ां हिला के रख दित्तियां। 1762 वड्डा घल्लूघारा हुंदा है, एक दिन दे विच अद्धी कौम खत्म कर दित्ती जाती है। अबदाली निश्चिंत हो जाता भी हुण सालां दे साल ये कौम उठ नहीं सकेगी, पर 3 महीने नहीं पैण दिंदे गुरु के खालसे। अबदाली नूं जा ललकारदे ने, दोबारा पंजाब की धरती ते पैर नहीं रखण दिंदे। तो ये एक आदर्श पैदा किया, उस भाणे चों, उस दुख दे विचों अपने आप नूं इस तरीके नाल अगे लैके आए कि दुनिया लई एक मिसाल पैदा कर दित्ती। 1947 का दुखांत कौम दे नाल होया। लोकां नूं लगदा सी भी हुण सिखां नूं ऐसी सੱਟ वज गई, सदियां तक ये कौम नहीं उठ सकेगी। पर 1947 तो बाद ये पता लग गया, सिखां ने किसी तो मंगिया नहीं, हथ नहीं फैलाए, बल्कि उन्होंने अपने आप नूं इस तरीके दे नाल कामयाब किया। दुनिया हैरान रह गई। शहरां दे विच गए, दुकानदारी व्यापार दे बिजनेस विच गए, उत्थे कामयाब होए। जिन्हां ने खेती दे रस्ते अपनाए, उत्थे कामयाब होए। सो यह एक भाणे दे विचों, भाणे दा अर्थ गुरु साहब ने यह रखिया भी जदों तुहाडे नाल कुछ वरत गया जां बीत गया, उहनूं वरते होए दे विच तुसीं अपने आप नूं इन्ना इहदे विच अपने आप नूं लपाएमान ना कर लो कि तुसीं उह दुख चों उबर ना सको। तां करके भाणे दा सिद्धांत लिया भी भाणा तुहानूं एक स्टैबिलिटी देगा। भाणे दा सिद्धांत तुहानूं एक ये गल देगा कि इदां होना सी जां हो गया। हुण इहदे चों अगे किवें वधना है, ये गुरु दे इतिहास ते बाणी ने फिर दस्सिया भी सिख दा काम है अगांह उतरांग। सिख दा काम है इनकलाबी बन के अगे वधना। सिख दा काम है दुखां ते मुसीबतां दा टाकरा करदे होए एक नवीं मिसाल पैदा करनी, इतिहास दे लई कुछ सिੱਖਣ ਲਈ चीज़ पैदा कर देनी। तो इसे लड़ी दे विच आओ 1984 दे विच जदों साडी कौम नाल वड्डा दुखांत होया। हालांकि उत्थों मैं महसूस करदा भी जिन्नी सिੱਖਿਆ कौम ने सीखनी सी सीख नहीं सके, क्योंकि उस दे विचों ये चाहिदा सी सानूं। भाणा ते हो गया जो होना सी, पर उहदे चों एक जिहड़ा आदर्श कायम करना सी, ਉਹ आदर्श ये बनता सी जिवें पहलियां सट्टां दे विचों खालसा उभर के अगे आया। ਇਹ सੱਟ दे विचों भी इस कौम के खात्मे करन दी इस बहुत वड्डी मुहिम दे विचों इस तरीके नाल उभर के अगे आउणा सी कि दुनिया लई एक मिसाल बन जाती ते आउण वाले समय च कोई कौम, कोई भी देश सिखां दी हस्ती नूं मिटाउण दी जुरत ना करदा। पर असीं उहदे तों सबक जिन्ना सिੱਖਣਾ सी जां जिन्ना वधना सी अगे वध नहीं सके। पर फिर भी उहदा एक पॉजिटिव पक्ष यह है भी उस दे विचों सिखां ने देखिया भी इस देश नालों मोह भंग होया, बाहरले देशां चले गए, दूर दूर तक जाके सिੱਖੀ ਦਾ फैला किया। सो सिख कौम दे विच भाणे ते रज़ा दा मतलब केवल जो हो रहा उन्होंने मन लेना नहीं, हो रहा इहनूं मन लेना भी बहुत औखा है, यह भी एक बहुत वड्डी गल है। पर उन्होंने मन के अपने मन नूं स्थिर रखते हुए फिर उन्हां स्थितियां ते हालातां चों इस तरीके नाल उभरना कि दुनिया लई एक मिसाल पैदा हो जाए, संसार लई एक मिसाल पैदा हो जाए, एक आदर्श कायम हो जाए। ये चीज़ अपने जीवन दे विच लैके आउणी है। ये मैं कौम की गल की, हुण परसनली जीवन की भी गल करा। एज ए सिख जदों साडे नाल कोई दुखांत वापर जाता है, परिवार दे विच कई बारी पति अते पत्नी का आपस दे विच नहीं लंबा समा चल पाउंदा, वखरे हो जाते हैं। कई बारी बच्चे भी धोखा दे जाते हैं, जिस तरह माँ बाप ने सोचा उस तरह बच्चे नहीं करते। उन्हां दी अपनी सोच हुंदी है जिंदगी प्रति, उदां दे फैसले लैंदे हैं। जां कई बारी किसी दोस्त ते किसी मित्र ते असीं बहुत ट्रस्ट किया हुंदा है, वो सानूं बहुत धोखा दे दिंदा है, फाइनैंशियली बहुत नुकसान हो जाता है। तो ये कुछ एक गल्लां ने, कई लोग सारी जिंदगी इन्हां गल्लां दे विच ही गड़ोचे होए रहिंदे, इदां हो गया उदां हो गया, सालां दे साल लंघण ते भी वो ये चीज़ नूं मन चों नहीं कढ पाउंदे। पर सिख होण दा मतलब की है, इदां हो सकदा है, हुंदा इदां, क्योंकि गुरबाणी विच एक थां नहीं बहुत थां में लिखिया, झूठी देखी प्रीत जगत में झूठी देखी प्रीत। दुनिया दे विच प्रीत है ही ऐसी है जिहड़ी माया, पैसे, पदार्थ ते शोहरत नाल है। एक दिन जिद्दन वो तुहाडे कोल नहीं होएगा, तुहानूं सारे छड्ड के जा सकदे। तां सच्चाई बारी बारी बयान कीती है। हुण इह च तुसीं उभरना किवें है, यह है इत्थों जो उभर जाते हो एक मिसाल पैदा कर देंगे हो, जिहड़ा छड्ड के चला गया कोई गल नहीं, समा सी लंघ गया, पर हुण मैं जिंदगी च दोबारा वो ठोकर नहीं खानी जिहड़ी पहलां खा ली, जिहड़ी उदों गलती करनी हुण दोबारा वो गलती नहीं करनी। एक मिसाल बन जाना, किसी का भला कीता सी, नहीं एहसान जानिया कोई गल नहीं, पर मैं भले करन दा तरीका ही ऐसा बनावां कि मेरे जीवन चों वो चीज़ खत्म ना होवे, मेरे जीवन चों वो चीज़
ਜਾਵੇ ਨਾ, ਬਲਕਿ ਉਹ ਇੱਕ ਮਿਸਾਲ ਬਣ ਜਾਏ ਕਿ ਬੰਦੇ ਨੇ ਭਲਾ ਹੀ ਕਰਨਾ ਜਿੱਥੇ ਜਾਣਾ ਇਹਨੇ। ਆਪਣੇ ਆਪ ਨੂੰ ਉਹਨਾਂ ਚੀਜ਼ਾਂ 'ਚ ਫਸਾ ਕੇ ਨਾ ਰੱਖਣਾ। ਆਪਣੇ ਆਪ ਨੂੰ ਇੱਕ ਨਵਾਂ, ਜਿਵੇਂ ਸੂਰਜ ਚੜ੍ਹਦਾ ਨਾ, ਇੱਦਾਂ ਨਵੀਂ ਲਾਲੀ ਦੇ ਨਾਲ, ਨਵੇਂ ਵਿਕਾਸ ਦੇ ਨਾਲ, ਨਵੇਂ ਖਿੜਾਓ ਦੇ ਨਾਲ ਅੱਗੇ ਲੈ ਕੇ ਆਉਂਦਾ। ਇਹ ਹੈ ਭਾਣੇ ਦਾ ਮੁੱਖ ਆਦਰਸ਼। ਪਹਿਲੀ ਗੱਲ, ਭਾਣਾ ਮੰਨਣਾ, ਕੁਝ ਵੀ ਘਟ ਜਾਏ ਜ਼ਿੰਦਗੀ ਦੇ ਵਿੱਚ ਉਹਦੇ ਨਾਲ ਇੱਕ ਸੁਰ ਰਹਿਣ ਦਾ ਯਤਨ ਕਰਨਾ, ਤੇ ਉਹਦੇ ਜ਼ਰੀਏ ਆਪਣੇ ਆਪ ਨੂੰ ਢਹਿੰਦੀ ਕਲਾ 'ਚ ਨਹੀਂ ਲੈ ਕੇ ਜਾਣਾ। ਭਾਣਾ ਮੰਨਣ ਦਾ ਅਰਥ ਹੈ ਵੀ ਉੱਥੇ ਨੇੜੇ ਤੇੜੇ ਆਪਣੇ ਮਨ ਨੂੰ ਕਿਤੇ ਖੜਾ ਲੈਣਾ। ਫਿਰ ਦੂਜੀ ਗੱਲ ਹੈ, ਗੁਰਬਾਣੀ ਕਹਿੰਦੀ ਹੈ ਇਸ 'ਚੋਂ ਅੱਗੇ ਵਧਣਾ ਕਿਵੇਂ ਆਪਾਂ ਨੇ, ਕਿਵੇਂ ਇਸ ਦੇ ਵਿੱਚੋਂ ਹੁਣ ਅੱਗੇ ਇੱਕ ਆਦਰਸ਼ ਪੈਦਾ ਕਰਨਾ, ਇੱਕ ਦੁਨੀਆ ਲਈ ਮਿਸਾਲ ਪੈਦਾ ਕਰਨੀ, ਇੱਕ ਇਤਿਹਾਸ ਲਈ ਨਵਾਂ ਸਬਕ ਪੈਦਾ ਕਰ ਜਾਣਾ ਆਪਣੇ ਦੋਸਤਾਂ, ਮਿੱਤਰਾਂ, ਪਰਿਵਾਰ ਦੇ ਮੈਂਬਰਾਂ ਲਈ। ਇਹ ਹੈ ਅਸਲ ਸਿੱਖ ਦਾ ਜੀਵਨ। ਕੌਮੀ ਤੌਰ ਤੇ ਸਾਡੀ ਕੌਮ ਨੂੰ, ਸਾਡੀਆਂ ਸੰਸਥਾਵਾਂ ਨੂੰ, ਸਾਡੇ ਪ੍ਰਚਾਰਕਾਂ ਨੂੰ, ਸਾਡੇ ਆਗੂਆਂ ਨੂੰ ਬਹੁਤ ਘਾਟੇ ਪਏ ਨੇ, ਪੈ ਰਹੇ ਨੇ ਤੇ ਪੈਂਦੇ ਵੀ ਰਹਿਣਗੇ। ਪਰ ਉਹਨਾਂ ਦੇ ਵਿੱਚੋਂ ਇੱਕ ਮਿਸਾਲ ਦੇ ਤੌਰ ਤੇ ਅੱਗੇ ਨਿਕਲ ਆਉਣਾ, ਇਹ ਕੰਮ ਜਿਹੜਾ ਕਰ ਗਿਆ ਗੁਰੂ ਕੇ ਸਿੱਖੋ, ਉਹ ਤਰ ਗਿਆ, ਉਹ ਆਪ ਵੀ ਤੇ ਆਪਣੀ ਕੌਮ ਨੂੰ ਵੀ ਅੱਗੇ ਲੈ ਜਾਏਗਾ। ਤਾਂ ਭਾਣੇ ਤੇ ਰਜਾ ਦੇ ਸਿਧਾਂਤ ਨੂੰ ਆਪਾਂ ਇਸ ਨਜ਼ਰੀਏ ਦੇ ਨਾਲੋਂ ਦੇਖਣਾ, ਤੇ ਮੈਨੂੰ ਉਮੀਦ ਹੈ ਵੀ ਕੁਝ ਹੱਦ ਤੱਕ ਮੈਂ ਗੱਲ ਕਹਿਣ ਵਿੱਚ ਕਾਮਯਾਬ ਹੋਇਆ ਹੋਵਾਂਗਾ। ਬਾਕੀ ਗੁਰੂ ਦੀ ਗੱਲ ਨੂੰ ਸਮਝਣਾ ਤੇ ਸਮਝਾਉਣਾ ਹੈ ਤਾਂ ਔਖਾ। ਆਪ ਸੰਗਤਾਂ ਨੇ ਪਿਆਰ ਨਾਲ ਸੁਣਿਆ, ਬਹੁਤ ਬਹੁਤ ਧੰਨਵਾਦ ਹੈ। ਜੇ ਕੋਈ ਗੱਲ ਗੁਰੂ ਦੀ ਗੱਲ, ਗੁਰਬਾਣੀ ਦੀ ਗੱਲ ਹੈ, ਇਹ ਚੰਗੀ ਲੱਗੀ ਹੋਵੇ, ਜ਼ਰੂਰ ਅੱਗੇ ਸ਼ੇਅਰ ਕਰਿਓ, ਸੰਗਤਾਂ ਨਾਲ ਸਾਂਝਾ ਕਰਿਓ, ਤਾਂ ਜੋ ਇਹ ਗੁਰੂ ਦੀਆਂ ਬਾਤਾਂ ਨੂੰ ਆਪਾਂ ਆਪਸ ਵਿੱਚ ਵਿਚਾਰ ਕੇ ਹੋਰ ਅੱਗੇ ਕਿਵੇਂ ਵੱਧ ਸਕਦੇ ਹਾਂ, ਇਸ ਦੇ ਸੰਬੰਧੀ ਕੁਝ ਨਾ ਕੁਝ ਉਪਰਾਲਾ ਕਰ ਸਕੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ